Subscribe to our YouTube channel. Press the bell icon to get the latest updates. ਸਾਡੇ ਬੰਦੀ ਸਿੰਘ ਵੀਰਾਂ ਨੇ ਆਪਣੀਆਂ ਸਰਕਾਰੀ ਨੌਕਰੀਆਂ ਨੂੰ ਛੱਡ ਕੇ ਕੌਮ ਦੀ ਅਣਖ ਗੈਰਤ ਤੇ ਮਾਨ ਸਨਮਾਨ ਦੇ ਲਈ ਅੱਗੇ ਆਏ। ਆਪਣੀਆਂ ਜ਼ਿੰਦਗੀਆਂ, ਆਪਣਾ ਘਰ-ਬਾਰ, ਆਪਣਾ ਸਭ ਕੁਝ ਕੌਮ ਤੋਂ ਕੁਰਬਾਨ ਕਰ ਦਿੱਤਾ। ਅੱਜ ਵੀ ਮੇਰੇ ਵੀਰ ਜੀ ਰਾਜੋਆਣਾ ਜੀ ਫਾਂਸੀ ਦੇ ਤਖਤੇ ਤੇ ਖੜੇ ਨੇ। 15 ਸਾਲਾਂ ਤੋਂ ਫਾਂਸੀ ਚੱਕੀ ਦੇ ਵਿੱਚ ਬੰਦ ਨੇ ਤੇ 28 ਸਾਲ ਹੋ ਗਏ। ਇਹ ਵੀ ਸਿੱਖਾਂ ਦੇ ਨਾਲ ਸਭ ਤੋਂ ਵੱਡੀ ਬੇਇਨਸਾਫੀ ਦੀ ਉਦਾਹਰਨ ਆ ਵੀਰ ਜੀ ਰਾਜੋਆਣਾ ਜੀ ਦਾ ਕੇਸ ਕਿ 28 ਸਾਲਾਂ ਦੇ ਬਾਅਦ ਵੀ ਆਪਣੇ ਕੇਸ ਦੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਨੇ। ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਤੇ ਕੇਂਦਰ ਸਰਕਾਰ ਨੇ ਫੈਸਲਾ ਕੀਤਾ ਸੀ ਕਿ 8 ਬੰਦੀ ਸਿੰਘਾਂ ਦੀ ਰਿਹਾਈ ਤੇ ਵੀਰ ਜੀ ਰਾਜੋਆਣਾ ਜੀ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲਿਆ ਜਾਂਦਾ, ਪਰ ਇਹਨੇ ਧੰਨ ਪਾਤਸ਼ਾਹ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਤੇ ਕੀਤਾ ਹੋਇਆ ਫੈਸਲਾ ਵੀ ਕੇਂਦਰ ਸਰਕਾਰ ਨੇ ਲਾਗੂ ਨਹੀਂ ਕੀਤਾ। ਸੁਪਰੀਮ ਕੋਰਟ ਦੇ ਜੱਜਾਂ ਨੇ 6 ਵਾਰ ਆਦੇਸ਼ ਕੀਤਾ ਕਿ ਵੀਰ ਜੀ ਰਾਜੋਆਣਾ ਜੀ ਦੀ ਫਾਂਸੀ ਦਾ ਫੈਸਲਾ ਕੀਤਾ ਜਾਵੇ। ਜਿਹੜਾ ਤੁਸੀਂ ਧੰਨ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਫੈਸਲਾ ਲਿਆ ਉਸ ਨੂੰ ਲਾਗੂ ਕੀਤਾ ਜਾਵੇ, ਪਰ ਇਸ ਦੇ ਬਾਅਦ ਵੀ ਕੇਂਦਰ ਸਰਕਾਰ ਤੇ ਕੋਈ ਅਸਰ ਨਹੀਂ ਹੋਇਆ। ਇਸੇ ਤਰ੍ਹਾਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਜੀ ਜਿਨ੍ਹਾਂ ਦਾ ਫੈਸਲਾ ਕੇਜਰੀਵਾਲ ਸਰਕਾਰ ਨੇ ਕਰਨਾ ਹੈ, ਉਹ ਵੀ ਕੇਜਰੀਵਾਲ ਸਰਕਾਰ ਵੀ ਭਾਈ ਭੁੱਲਰ ਦੀ ਰਿਹਾਈ ਨਹੀਂ ਕਰ ਰਹੀ। ਉਹਨਾਂ ਨੂੰ ਉਜੜੇ ਹੋਏ ਘਰ ਨਹੀਂ ਨਜ਼ਰ ਆਉਂਦੇ, ਉਹਨਾਂ ਨੂੰ ਤਾਂ ਸਿਰਫ ਵੋਟਾਂ ਨਜ਼ਰ ਆਉਂਦੀਆਂ ਨੇ ਕਿ ਜੇ ਭਾਈ ਭੁੱਲਰ ਦੀ ਰਿਹਾਈ ਕਰ ਦਿੱਤੀ, ਭਾਈ ਰਾਜੋਆਣਾ ਜੀ ਦੀ ਫਾਂਸੀ ਬਦਲ ਦਿੱਤੀ, ਜੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਕਰ ਦਿੱਤੀ ਤਾਂ ਸਾਨੂੰ ਗੈਰ ਸਿੱਖਾਂ ਦੀਆਂ ਵੋਟਾਂ ਨਹੀਂ ਮਿਲਦੀਆਂ। ਤੇ ਖਾਲਸਾ ਜੀ ਜਦੋਂ ਸਾਰੇ ਹੀਲੇ ਹਰਬੇ ਖਤਮ ਹੋ ਗਏ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਤੇ ਪੰਥਕ ਧਿਰਾਂ ਦੇ ਹੁਕਮ ਤੇ ਅਸੀਂ ਤੁਹਾਡੇ ਕੋਲੇ ਬੇਨਤੀ ਕਰਨ ਆਏ ਆ ਕਿ ਵੋਟਾਂ ਦੇ ਰਾਹੀਂ ਹੀ ਦਿੱਲੀ ਨੂੰ ਇੱਕ ਸੁਨੇਹਾ ਦਿੱਤਾ ਜਾਵੇ ਕਿ ਖਾਲਸਾ ਪੰਥ ਆਪਣੀ ਸ਼ਕਤੀ ਦੇ ਨਾਲ ਦਿੱਲੀ ਨੂੰ ਇੱਕ ਸੁਨੇਹਾ ਦੇਵੇ ਕਿ ਬੰਦੀ ਸਿੰਘਾਂ ਦੀ ਰਿਹਾਈ ਹੋ ਸਕੇ। ਖਾਲਸਾ ਜੀ ਸਾਡੇ ਖਾਲਸਾ ਪੰਥ ਦੇ ਵਿੱਚ ਹਮੇਸ਼ਾ ਇੱਕ ਏਕੇ ਦੀ ਘਾਟ ਰਹੀ ਆ। ਇਸ ਏਕੇ ਦੀ ਘਾਟ ਕਰਕੇ ਹੀ ਸਾਡੇ ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਨਹੀਂ ਹੋ ਸਕੀਆਂ ਤੇ ਇਸੇ ਏਕੇ ਦੀ ਘਾਟ ਕਰਕੇ ਹੀ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕਰਵਾ ਸਕੇ। ਪਰ ਜਦੋਂ ਵੀ ਖਾਲਸਾ ਪੰਥ ਇਕੱਠਾ ਹੋਇਆ ਹੈ ਉਹਨੇ ਇਤਿਹਾਸ ਰਚਿਆ ਹੈ। ਇਹੀ ਇਤਿਹਾਸ ਖਾਲਸਾ ਪੰਥ ਨੇ 2012 ਦੇ ਵਿੱਚ ਰਚਿਆ ਸੀ ਜਦੋਂ ਵੀਰ ਜੀ ਰਾਜੋਆਣਾ ਜੀ ਦੀ ਫਾਂਸੀ ਦੀ ਤਰੀਕ ਤੈਅ ਕਰ ਦਿੱਤੀ ਸੀ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਅਨੁਸਾਰ ਸਮੁੱਚਾ ਖਾਲਸਾ ਪੰਥ ਇਕੱਠਾ ਹੋਇਆ ਸੀ। ਸਮੁੱਚੇ ਖਾਲਸਾ ਪੰਥ ਨੇ ਆਪਣੇ ਘਰਾਂ ਤੇ ਕੇਸਰੀ ਨਿਸ਼ਾਨ ਲਹਿਰਾ ਕੇ ਫਾਂਸੀ ਦਾ ਵਿਰੋਧ ਕੀਤਾ ਸੀ ਤੇ ਉਹ ਫਾਂਸੀ ਤੇ ਰੋਕ ਵੀ ਲੱਗੀ ਸੀ। ਖਾਲਸਾ ਜੀ ਅੱਜ ਸਾਡੇ ਜਿਹੜੇ ਬੰਦੀ ਸਿੰਘ ਨੇ ਉਹ ਫਿਰ ਆਪਣੇ ਖਾਲਸਾ ਪੰਥ ਦੇ ਵੱਲ ਦੇਖ ਰਹੇ ਨੇ। ਜੇਲ੍ਹਾਂ ਦੇ ਵਿੱਚ ਬੰਦ ਬੰਦੀ ਸਿੰਘਾਂ ਦੇ ਜੇਲ੍ਹ ਜੀਵਨ ਦੀ ਪੀੜ ਤੇ ਵੇਦਨਾ ਜਾਂ ਤਾਂ ਬੰਦੀ ਸਿੰਘ ਜਾਣਦੇ ਨੇ ਜਾਂ ਫਿਰ ਉਹਨਾਂ ਦੇ ਪਰਿਵਾਰ ਜਾਣਦੇ ਨੇ। ਖਾਲਸਾ ਜੀ ਤੁਸੀਂ ਖਾਲਸਾ ਪੰਥ ਬੰਦੀ ਸਿੰਘਾਂ ਦਾ ਪਰਿਵਾਰ ਹੋ, ਕਿਉਂਕਿ ਜ਼ਬਰ ਤੇ ਜ਼ੁਲਮ ਦਾ ਜੋ ਸਾਹਮਣਾ ਸਾਡੇ ਪਰਿਵਾਰਾਂ ਨੇ ਕੀਤਾ, ਜੋ ਸੰਤਾਪ ਹੰਡਾਇਆ, ਉਹਦੇ ਵਿੱਚ ਮੇਰੇ ਭੈਣ ਭਰਾ ਵੀ ਸ਼ਹੀਦ ਕਰ ਦਿੱਤੇ ਗਏ ਸੀ। ਸਾਡੇ ਪਿਤਾ ਜੀ ਸਾਬਕਾ ਫੌਜੀ ਸੀ, ਦੇਸ਼ ਦੀਆਂ 3 ਜੰਗਾਂ ਲੜੀਆਂ ਸੀ, ਪਰ ਇਸ ਦੇਸ਼ ਦੇ ਵਿੱਚ ਇਸ ਦੇਸ਼ ਦੀ ਰਾਖੀ ਕਰਨ ਵਾਲੇ ਉਹਨਾਂ ਨੂੰ ਆਪਣੇ ਬੱਚਿਆਂ ਦਾ ਸੰਸਕਾਰ ਤੱਕ ਨਹੀਂ ਕਰਨ ਦਿੱਤਾ ਗਿਆ ਸੀ। ਆਪਣੇ 18 ਸਾਲ ਦੇ ਬੇਟੇ ਦਾ ਮੂੰਹ ਤੱਕ ਨਹੀਂ ਦੇਖਣ ਨੂੰ ਨਸੀਬ ਹੋਇਆ ਸੀ। 18 ਸਾਲ ਦੇ ਨੌਜਵਾਨ ਬੇਟੇ ਦੀ ਸ਼ਹੀਦ ਕੀਤਾ ਗਿਆ ਲਾਸ਼ ਵੀ ਨਹੀਂ ਦਿੱਤੀ ਗਈ ਸੀ। ਤੇ ਵੀਰ ਜੀ ਰਾਜੋਆਣਾ ਜੀ ਫਾਂਸੀ ਦੇ ਤਖਤੇ ਤੇ ਨੇ ਤੇ ਮੇਰੇ ਦੋਨੋਂ ਮਾਤਾ ਪਿਤਾ ਵੀਰ ਜੀ ਰਾਜੋਆਣਾ ਜੀ ਨੂੰ ਉਡੀਕਦੇ ਇਸ ਦੁਨੀਆ ਤੋਂ ਚਲੇ ਗਏ। ਤੇ ਇਸ ਲਈ ਖਾਲਸਾ ਪੰਥ ਸਾਡਾ ਪਰਿਵਾਰ ਹੈ ਤੇ ਅਸੀਂ ਖਾਲਸਾ ਪੰਥ ਆਪਣੇ ਪਰਿਵਾਰ ਤੋਂ ਸ਼ਕਤੀ ਮੰਗਣ ਆਏ ਆ। ਖਾਲਸਾ ਜੀ ਅਸੀਂ ਇਹੀ ਬੇਨਤੀ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਹੁਣਾਂ ਨੂੰ ਵੀ ਕੀਤੀ ਸੀ ਕਿ ਤੁਸੀਂ ਬਜ਼ੁਰਗ ਹੋ, ਜਦੋਂ ਤੁਸੀਂ ਜੇਲ੍ਹ ਦੇ ਵਿੱਚ ਸੀ ਖਾਲਸਾ ਪੰਥ ਨੇ ਤੁਹਾਨੂੰ ਜੇਲ੍ਹ ਚੋਂ ਰਿਹਾ ਕਰਵਾਇਆ ਸੀ ਕਿ ਅੱਜ ਬੰਦੀ ਸਿੰਘਾਂ ਦਾ ਰਿਹਾਈ ਦਾ ਮਸਲਾ ਹੈ। ਉਹ ਵੀ ਉਹ ਬੰਦੀ ਸਿੰਘ ਜਿਹੜੇ 25 30 ਸਾਲਾਂ ਤੋਂ ਜੇਲ੍ਹ ਦੀਆਂ ਕਾਲ ਕੋਠੜੀਆਂ ਦੇ ਵਿੱਚ ਸੜ ਰਹੇ ਨੇ। ਖਾਲਸਾ ਜੀ ਅਸੀਂ ਇਹੀ ਬੇਨਤੀ ਤੁਹਾਨੂੰ ਕਰਦੇ ਆ ਕਿ ਤੁਸੀਂ ਆਪ ਇਸ ਵਾਰ ਤੁਸੀਂ ਸਾਰੀਆਂ ਰਾਜਨੀਤਿਕ ਪਾਰਟੀਆਂ ਤੋਂ ਉੱਪਰ ਉੱਠ ਕੇ, ਧੜੇਬੰਦੀਆਂ ਤੋਂ ਉੱਪਰ ਉੱਠ ਕੇ ਇਸ ਵਾਰ ਚੋਣਾਂ ਦੇ ਵਿੱਚ ਸਾਥ ਦਿਓ। ਮੈਂ ਕੋਈ ਰਾਜਨੀਤਿਕ ਨਹੀਂ ਆ, ਤੁਹਾਡੀ ਆਪਣੀ ਭੈਣ, ਤੁਹਾਡੀ ਧੀ ਆ। ਖਾਲਸਾ ਜੀ ਬੰਦੀ ਸਿੰਘ ਤੁਹਾਡੇ ਵੱਲ ਉਮੀਦ ਨਾਲ ਦੇਖ ਰਹੇ ਨੇ, ਕਿਉਂਕਿ ਜਿਸ ਦਿਨ ਕੌਮ ਨੂੰ ਜ਼ਰੂਰਤ ਸੀ ਬੰਦੀ ਸਿੰਘਾਂ ਨੇ ਆਪਣਾ ਸਭ ਕੁਝ ਕੁਰਬਾਨ ਕਰਕੇ ਕੌਮ ਦੇ ਲਈ ਫਰਜ਼ ਨਿਭਾਏ ਸੀ ਤੇ ਅੱਜ ਕੌਮ ਦਾ ਵੀ ਫਰਜ਼ ਬਣਦਾ ਹੈ ਕਿ ਬੰਦੀ ਸਿੰਘਾਂ ਦੇ ਨਾਲ ਖੜਿਆ ਜਾਵੇ ਤੇ ਇੱਕ ਇਤਿਹਾਸ ਰਚਿਆ ਜਾਵੇ। ਬੰਦੀ ਸਿੰਘ ਵੀਰਾਂ ਨੇ ਕੁਰਬਾਨੀਆਂ ਦੇ ਇਤਿਹਾਸ ਰਚੇ ਨੇ, ਸਾਡੇ ਸ਼ਹੀਦਾਂ ਨੇ ਇੱਕ ਇਤਿਹਾਸ ਰਚਿਆ ਹੈ
ਤੇ ਅੱਜ ਤੁਹਾਡੇ ਕੋਲੇ ਮੌਕਾ ਹੈ ਕਿ ਤੁਸੀਂ ਵੀ, ਤੁਹਾਡੇ ਕੋਲੇ ਮੌਕਾ ਹੈ ਕਿ ਤੁਸੀਂ ਇੱਕ ਹਾਂ ਦਾ ਨਾਰਾ ਮਾਰ ਸਕੋ। ਮਲੇਰਕੋਟਲਾ ਦੇ ਨਵਾਬ ਨੇ ਸੂਬੇ ਦੀ ਕਚਹਿਰੀ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦੇ ਲਈ ਹਾਂ ਦਾ ਨਾਰਾ ਮਾਰਿਆ ਸੀ, ਤੁਸੀਂ ਤਾਂ ਖਾਲਸਾ ਪੰਥ ਹੋ। ਤੇ ਜੋ ਵੀ ਸਾਡੇ ਵੀਰਾਂ ਨੇ ਕੀਤਾ ਸੀ ਉਹ ਧਰਮ, ਫਿਰਕੇ ਜਾਂ ਕਿਸੇ ਜਾਤ ਦੇ ਖਿਲਾਫ ਨਹੀਂ ਸੀ, ਜ਼ਬਰ ਤੇ ਜ਼ੁਲਮ ਦੇ ਖਿਲਾਫ ਸੀ। ਸਾਡੇ ਗੁਰੂ ਸਾਹਿਬ ਜੀ ਨੇ ਸਾਨੂੰ ਇਹੀ ਸਿੱਖਿਆ ਦਿੱਤੀ ਹੈ ਕਿ ਜ਼ੁਲਮ ਸਹਿਣਾ ਵੀ ਪਾਪ ਹੈ ਤੇ ਜ਼ੁਲਮ ਕਰਨਾ ਵੀ ਪਾਪ ਹੈ। ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਸਾਂਝੀ ਬਾਲਤਾ ਦਾ ਸੰਦੇਸ਼ ਦਿੱਤਾ ਹੈ। ਇਸ ਲਈ ਖਾਲਸਾ ਜੀ, ਮੈਂ ਤੁਹਾਨੂੰ ਇਹੀ ਬੇਨਤੀ ਕਰਨਾ ਆਈ ਹਾਂ ਆਪਣੇ ਖਾਲਸਾ ਪੰਥ ਪਰਿਵਾਰ ਦੇ ਕੋਲੇ ਕਿ ਤੁਹਾਡੀ ਇੱਕ ਇੱਕ ਵੋਟ ਬੰਦੀ ਸਿੰਘਾਂ ਦੇ ਲਈ ਹਾਂ ਦਾ ਨਾਰਾ ਹੋਵੇਗੀ। ਤੁਹਾਡੀ ਇੱਕ ਇੱਕ ਵੋਟ ਦਿੱਲੀ ਨੂੰ ਇੱਕ ਸੁਨੇਹਾ ਹੋਵੇਗੀ ਤੇ ਬੰਦੀ ਸਿੰਘਾਂ ਦੀ ਰਿਹਾਈ ਕਰਵਾਏਗੀ। ਖਾਲਸਾ ਜੀ, ਤੁਸੀਂ ਸਾਡਾ ਪਰਿਵਾਰ ਹੋ, ਤੁਸੀਂ ਆਪ ਹੀ ਚੋਣ ਪ੍ਰਚਾਰ ਕਰਨਾ ਹੈ। ਮੇਰੀਆਂ ਮਾਵਾਂ, ਮੇਰੀਆਂ ਭੈਣਾਂ ਬੈਠੀਆਂ ਨੇ, ਜਦ ਕੋਈ ਪੁੱਤ ਇੱਕ ਮਿੰਟ ਵੀ ਘਰੋਂ ਲੇਟ ਹੋ ਜਾਂਦਾ ਤਾਂ ਮਾਮਾ ਦਰਵਾਜ਼ਿਆਂ ਤੇ ਖੜੀਆਂ ਹੁੰਦੀਆਂ ਨੇ। ਤੇ ਇੱਥੇ ਤਾਂ ਮਾਤਾ ਪਿਤਾ ਢੀਕਦੇ ਢੀਕਦੇ ਇਸ ਦੁਨੀਆ ਤੋਂ ਚਲੇ ਗਏ। ਸਾਡੇ ਉਜੜੇ ਹੋਏ ਵੀਰਾਨ ਘਰ ਅੱਜ ਵੀ ਸਾਡੇ ਵੀਰਾਂ ਦੇ ਘਰੇ ਆਉਣ ਦਾ ਇੰਤਜ਼ਾਰ ਕਰ ਰਹੇ ਨੇ। ਇਹ ਖਾਲਸਾ ਜੀ ਹੁਣ ਤੁਹਾਡੇ ਹੱਥ ਹੈ। ਤੁਹਾਡਾ ਫੈਸਲਾ ਉਹਨਾਂ ਨੂੰ ਘਰੇ ਲੈ ਕੇ ਆਏਗਾ, ਤੁਹਾਡਾ ਫੈਸਲਾ ਉਹਨਾਂ ਨੂੰ ਹਮੇਸ਼ਾ ਲਈ ਜੇਲ੍ਹਾਂ ਦੇ ਵਿੱਚ ਬੰਦ ਕਰ ਦੇਗਾ। ਇਸ ਲਈ ਖਾਲਸਾ ਜੀ, ਅਸੀਂ ਬੇਨਤੀ ਕਰਦੇ ਹਾਂ ਕਿ ਜਿਨ੍ਹਾਂ ਨੇ ਆਪਣੀ ਕੌਮ ਲਈ ਕੁਰਬਾਨੀਆਂ ਕੀਤੀਆਂ, ਉਹਨਾਂ ਨੇ ਕੋਈ ਅਹਿਸਾਨ ਨਹੀਂ ਕੀਤਾ। ਅਸੀਂ ਇਹ ਨਹੀਂ ਕਹਿੰਦੇ ਕਿ ਸਾਡੇ ਵੀਰਾਂ ਨੇ ਜਾਂ ਸਾਡੇ ਪਰਿਵਾਰਾਂ ਨੇ ਕੌਮ ਤੇ ਕੋਈ ਅਹਿਸਾਨ ਕੀਤਾ ਹੈ। ਅਸੀਂ ਆਪਣੇ ਫਰਜ਼ ਪੂਰੇ ਕੀਤੇ। ਅੱਜ ਆਪਣੀ ਕੌਮ ਨੂੰ ਜਗਾਉਣ ਆਏ ਆ ਕਿ ਸਾਰੀ ਕੌਮ ਇੱਕ ਦੀ ਸ਼ਕਤੀ ਇਕੱਠੀ ਹੋ ਕੇ ਅਸੀਂ ਆਪਣੇ ਬੰਦੀ ਸਿੰਘ ਵੀਰਾਂ ਦੇ ਪ੍ਰਤੀ ਆਪਣੇ ਫਰਜ਼ ਨਿਭਾਈਏ। ਤੁਹਾਡੀ ਇੱਕ ਇੱਕ ਵੋਟ ਬੰਦੀ ਸਿੰਘਾਂ ਦੀ ਰਿਹਾਈ ਕਰਵਾਏਗੀ। ਖਾਲਸਾ ਜੀ, ਤੁਹਾਡੇ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।